ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਕਾ ਨਨਕਾਣਾ ਸਾਹਿਬ ਜੀ ਦੇ ਸ਼ਹੀਦੀ ਸਾਕੇ ਬਾਰੇ ਗੱਲਬਾਤ ਕਰ ਰਹੇ ਹਾਂ, ਜੋ ਪੰਜਾਬੀ ਟ੍ਰਿਬਿਊਨ ਨੇ 28 ਫਰਵਰੀ 2022 ਨੂੰ ਇਹ ਸੋਮਵਾਰ ਵਿਖੇ ਇਹਨੂੰ ਪ੍ਰਕਾਸ਼ਿਤ ਕੀਤਾ ਸੀ। ਔਰ ਇਹ ਡਾਕਟਰ ਮਹਿੰਦਰ ਸਿੰਘ ਜੀ ਅਕਾਲੀ ਲਹਿਰ 'ਤੇ ਲਿਖੀ ਪੁਸਤਕ ਜੋ ਪ੍ਰਮਾਣਿਕ ਹੈ, ਅਤੇ ਉਹ ਲੇਖਕ ਹਨ ਇਸ ਪੁਸਤਕ ਦੇ, ਜਿਹੜੀ ਪਹਿਲੀ ਵਾਰ ਅੰਗਰੇਜ਼ੀ ਵਿੱਚ ਮੈਕਮਿਲਨ ਕੰਪਨੀ ਨੇ 1978 ਵਿੱਚ ਛਾਪੀ ਸੀ, ਅਤੇ ਬਾਅਦ ਵਿੱਚ ਇਸਦਾ ਪੰਜਾਬੀ ਦੇ ਹੋਰ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨੈਸ਼ਨਲ ਬੁੱਕ ਟਰਸਟ ਵੱਲੋਂ ਅਨੁਵਾਦ ਕੀਤਾ ਗਿਆ ਸੀ। ਅੱਜ ਆਪਾਂ ਸਾਕਾ ਨਨਕਾਣਾ ਸਾਹਿਬ ਜੀ ਦੇ ਉਸ ਸਾਕੇ ਬਾਰੇ ਵਿਚਾਰ ਕਰਾਂਗੇ। ਸੋ ਦਾ ਟ੍ਰਿਬਿਊਨ ਨੇ 22 ਫਰਵਰੀ 1921 ਨੂੰ ਇਹ ਖਬਰ ਛਾਪੀ ਸੀ ਕਿ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਵਿਖੇ ਐਤਵਾਰ ਨੂੰ ਖੂਨੀ ਸਾਕਾ ਵਾਪਰਿਆ ਹੈ। 21 ਫਰਵਰੀ ਨੂੰ ਲਾਇਲ ਗਜ਼ਟ ਦੇ ਸੰਪਾਦਕ ਸਰਦਾਰ ਅਮਰ ਸਿੰਘ ਨੇ ਤਾਰ ਦਿੱਤੀ ਕਿ ਮਾਰੇ ਗਏ ਸਿੰਘਾਂ ਦੀ ਗਿਣਤੀ ਤਕਰੀਬਨ 195 ਸੀ ਅਤੇ 5 ਜ਼ਖਮੀ ਹੋਏ ਸਨ। ਇਸ ਸਾਕੇ ਨੂੰ ਵਾਪਰਿਆਂ ਅੱਜ 98 ਸਾਲ ਹੋ ਗਏ ਹਨ। ਇਸ ਮੌਕੇ ਅਸੀਂ ਸਾਰੀ ਅਕਾਲੀ ਮੋਰਚਿਆਂ ਦਾ ਇਤਿਹਾਸ ਲਿਖਣ ਵਾਲੇ ਇਤਿਹਾਸਕਾਰ ਡਾਕਟਰ ਮਹਿੰਦਰ ਸਿੰਘ ਦਾ ਲੇਖ ਜਿਹੜਾ ਪਾਠਕਾਂ ਨਾਲ ਲਈ ਪੇਸ਼ ਕਰਦੇ ਹਾਂ, ਲਾਸਾਨੀ ਸ਼ਹੀਦੀ ਨੂੰ ਯਾਦ ਕਰ ਰਹੇ ਹਾਂ। ਸੋ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਸਥਾਨ ਨਨਕਾਣਾ ਸਾਹਿਬ ਨਾਨਕ ਨਾਮ ਲੇਵਾ ਧਾਰਮਿਕ ਸਥਾਨਾਂ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ। ਗੁਰਦੁਆਰਾ ਜਨਮ ਸਥਾਨ ਜਿੱਥੇ ਗੁਰੂ ਸਾਹਿਬ ਦਾ ਜਨਮ ਹੋਇਆ ਤੋਂ ਇਲਾਵਾ ਅੱਧੀ ਦਰਜਨ ਤੋਂ ਵੱਧ ਹੋਰ ਧਰਮ ਅਸਥਾਨ ਗੁਰੂ ਜੀ ਦੇ ਮੁੱਢਲੇ ਜੀਵਨ ਦੀਆਂ ਵੱਖ-ਵੱਖ ਘਟਨਾਵਾਂ ਦੀ ਯਾਦ ਦਿਵਾਉਂਦੇ ਹਨ। 20ਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿੱਚ ਗੁਰਦੁਆਰਾ ਜਨਮ ਸਥਾਨ ਉੱਤੇ ਮਹੰਤ ਸਾਧੂ ਰਾਮ ਦਾ ਕਬਜ਼ਾ ਸੀ, ਜੋ ਬੜਾ ਵਿਲਾਸੀ ਅਤੇ ਅਧਰਮੀ ਜੀਵਨ ਜਿਉਂਦਾ ਸੀ। ਸਾਧੂ ਰਾਮ ਦੀ ਮੌਤ ਪਿੱਛੋਂ ਮਹੰਤੀ ਦੀ ਜਿਹੜੀ ਗੱਦੀ ਸੀ ਉੱਤੇ ਬੈਠਣ ਵਾਲਾ ਮਹੰਤ ਨਾਰਾਇਣ ਦਾਸ ਵੀ ਆਪਣੇ ਪੂਰਵ ਅਧਿਕਾਰੀ ਦੇ ਪੂਰਨਿਆਂ ਉੱਤੇ ਹੀ ਚੱਲਦਾ ਰਿਹਾ। ਇਲਾਕੇ ਦੇ ਸਿੱਖਾਂ ਨੇ ਬਦ ਅਨੁਮਾਨੀਆਂ ਨੂੰ ਰੋਕਣ ਲਈ ਬਹੁਤ ਕੋਸ਼ਿਸ਼ ਕੀਤੀ, ਪਰ ਨਾਕਾਮ ਰਹੇ, ਕਿਉਂਕਿ ਸਥਾਨਕ ਜਿਹੜੀ ਬਰਤਾਨਵੀ ਅਧਿਕਾਰੀ ਸੀ, ਕਿਉਂਕਿ ਜਿਹੜੀ ਅੰਗਰੇਜ਼ ਸਰਕਾਰ ਸੀ ਈਸਟ ਇੰਡੀਆ ਕੰਪਨੀ ਦੀ, ਉਹ ਆਪ ਜੀ ਨੇ ਪਤਾ ਹੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੀ ਪਤਨੀ ਸੀ ਉਹਦਾ ਕੀ ਹਾਲ ਕੀਤਾ ਸੀ, ਔਰ ਉਹਨਾਂ ਦੇ ਪੁੱਤਰ ਦਾ ਕੀ ਹਾਲ ਕੀਤਾ ਸੀ। ਉਹ ਇਹੋ ਜਿਹਾ ਨੂੰ ਬਹੁਤ ਜ਼ਿਆਦਾ ਸ਼ਹਿ ਦਿੰਦੀ ਸੀ, ਅਤੇ ਇਹਦੀ ਪਿੱਠ ਉੱਪਰ ਉਹਦਾ ਪੂਰਾ ਜਿਹੜਾ ਸੀ ਨਾ ਥਾਪੜਾ ਸੀ ਮਹੰਤ ਦੀ। ਇਹ ਅਧਿਕਾਰੀ ਗੁਰਦੁਆਰੇ ਵਿੱਚ ਹੁੰਦੀਆਂ ਵਧੀਕੀਆਂ ਲਈ ਵਿੱਚ ਭਾਈਵਾਲ ਹੋਣ ਕਰਕੇ ਸੁਧਾਰਨ ਵਿੱਚ ਕੋਈ ਵੀ ਰੁਚੀ ਨਹੀਂ ਸਨ ਰੱਖਦੇ। ਮਹੰਤ ਉਹਨਾਂ ਸਥਾਨਕ ਅਧਿਕਾਰੀਆਂ ਨੂੰ ਅਤੇ ਐਸੇ ਲੋਕਾਂ ਨੂੰ ਜਿਨ੍ਹਾਂ ਦੀ ਸਦਭਾਵਨਾ ਅਤੇ ਸਮਰਥਨ ਉੱਤੇ ਉਹਨਾਂ ਦੀ ਨਿਯੁਕਤੀ ਅਤੇ ਆਪਣੀ ਪਦਵੀ ਦੇ ਬਣੇ ਰਹਿਣਾ ਨਿਰਭਰ ਕਰਦਾ ਸੀ, ਗੁਰਦੁਆਰਿਆਂ ਦੇ ਫੰਡਾਂ ਵਿੱਚੋਂ ਲੱਖਾਂ ਰੁਪਏ ਕੀਮਤ ਦੀਆਂ ਸੌਗਾਤਾਂ ਪੇਸ਼ ਕਰਨੀਆਂ ਅਤੇ ਹੋਰ ਖਰਚ ਕਰਨੇ। ਬਦਲੇ ਵਿੱਚ ਇਹਨਾਂ ਅਧਿਕਾਰੀਆਂ ਨੂੰ ਸੰਕਟ ਦੇ ਹਾਲਤ ਵਿੱਚ ਸਰਕਾਰੀ ਮਦਦ ਦਾ ਯਕੀਨ ਦਿਵਾਉਂਦੇ ਸਨ। ਇਸ ਪਿਛੋਕੜ ਵਿੱਚ ਨਾਰਾਇਣ ਦਾਸ ਨਨਕਾਣੇ ਵਿੱਚ ਮਹੰਤ ਦੀ ਗੱਦੀ ਉੱਤੇ ਬੈਠਾ ਸੀ। ਸਿੱਖ ਸੁਧਾਰਕਾਂ ਵੱਲੋਂ ਵਿਰੋਧ ਦੇ ਖਤਰੇ ਨੂੰ ਟਾਲਣ ਦੀ ਦ੍ਰਿਸ਼ਟੀ ਤੋਂ ਆਖਿਆ ਜਾਂਦਾ ਹੈ ਕਿ ਉਸਨੇ ਸਿੱਖ ਸੰਗਤ ਨਾਲ ਇਹ ਵਾਅਦਾ ਕੀਤਾ ਕਿ ਪੁਰਾਣੇ ਮਹੰਤ ਦਾ ਤੌਰ ਤਰੀਕਾ ਉਹਦੇ ਨਾਲ ਹੀ ਉਹਦੀ ਚਿਤਾ ਵਿੱਚ ਜਾ ਪਿਆ ਹੈ ਅਤੇ ਉਹ ਆਪਣੇ ਪੂਰਵ ਅਧਿਕਾਰੀ ਦੇ ਪੂਰਨਿਆਂ 'ਤੇ ਕਦੀ ਨਹੀਂ ਚੱਲੇਗਾ। ਪਰ ਉਸ ਤੋਂ ਬਾਅਦ ਦੀਆਂ ਘਟਨਾਵਾਂ ਨੇ ਸੰਕੇਤ ਦਿੱਤਾ ਕਿ ਉਸ ਦੇ ਇਕਰਾਰ ਥੋਤੇ ਸਨ। ਉਹ ਬਦਲਣੀ ਦਾ ਰਾਹ ਛੱਡਣ ਦੇ ਸਮਰੱਥ ਨਹੀਂ ਸੀ, ਸਗੋਂ ਪਹਿਲੇ ਮਹੰਤ ਨਾਲੋਂ ਵੀ ਜ਼ਿਆਦਾ ਉਹਦੇ ਜਿਹੜੀਆਂ ਹਰਕਤਾਂ ਸਨ ਮਾੜੀਆਂ ਸਨ। ਨਨਕਾਣਾ ਸਾਹਿਬ ਦੀ ਇਸ ਹਾਲਾਤ ਨੇ ਅਕਾਲੀ ਸੁਧਾਰਕਾਂ ਦਾ ਧਿਆਨ ਖਿੱਚਿਆ। ਸ਼ੁਰੂ ਵਿੱਚ ਉਹਨਾਂ ਨੇ ਆਮ ਤੌਰ 'ਤੇ ਵਰਤਿਆ ਜਾਣ ਵਾਲਾ ਤਰੀਕਾ ਹੀ ਅਪਣਾਇਆ ਅਤੇ ਦੀਵਾਨ ਸਜਾ ਕੇ ਨਨਕਾਣਾ ਸਾਹਿਬ ਦੇ ਜਨਮ ਸਥਾਨ ਅਤੇ ਦੂਜੇ ਗੁਰਦੁਆਰਿਆਂ ਦੀ ਅਫਸੋਸ ਜਿਹੜੀ ਨਾਕਸੀ ਹਾਲਾਤ 'ਤੇ ਵਿਚਾਰਾਂ ਕੀਤੀਆਂ ਅਤੇ ਮਹੰਤ ਨੂੰ ਸੁਧਾਰ ਲਿਆਉਣ ਲਈ ਆਖਿਆ। ਅਕਤੂਬਰ 1920 ਦੇ ਸ਼ੁਰੂ ਵਿੱਚ ਧਾਰੀਵਾਲ ਵਿਖੇ ਅਜਿਹਾ ਇੱਕ ਦੀਵਾਨ ਲੱਗਾ। ਇੱਕ ਮਤਾ ਪਾਸ ਕਰਕੇ ਮਹੰਤ ਨਾਰਾਇਣ ਦਾਸ ਨੂੰ ਆਪਣੇ ਤੌਰ ਤਰੀਕਿਆਂ ਵਿੱਚ ਸੁਧਾਰ ਕਰਨ ਅਤੇ ਗੁਰਦੁਆਰੇ ਦੇ ਪ੍ਰਬੰਧ ਵਿੱਚ ਸੁਧਾਰ ਲਾਉਣ ਲਈ ਜ਼ੋਰ ਪਾਇਆ ਗਿਆ। ਇਸ ਮਤੇ 'ਤੇ ਇਹਨਾਂ ਖਬਰਾਂ ਤੋਂ ਕਿ ਹਰਿਮੰਦਰ ਸਾਹਿਬ, ਅਕਾਲ ਤਖਤ ਅਤੇ ਅੰਮ੍ਰਿਤਸਰ ਦੇ ਦੂਜੇ ਗੁਰਦੁਆਰਿਆਂ ਅਕਾਲੀ ਸੁਧਾਰਕਾਂ ਪ੍ਰਭਾਵਿਤ ਆ ਗਏ ਹਨ। ਮਹੰਤ ਨੇ ਸਿਰ 'ਤੇ ਮੰਡਰਾਉਂਦੇ ਖਤਰੇ ਨੂੰ ਭਾਂਪ ਲਿਆ, ਪਰ ਕੋਈ ਸੁਧਾਰ ਜਾਂ ਅਕਾਲੀਆਂ ਨਾਲ ਸਮਝੌਤਾ ਕਰਨ ਦੀ ਥਾਂ ਨਾਰਾਇਣ ਦਾਸ ਨੇ ਅਕਾਲੀ ਸੁਧਾਰਕਾਂ ਨਾਲ ਮੁਕਾਬਲਾ ਕਰਨ ਲਈ ਸ਼ਕਤੀ ਮਜ਼ਬੂਤ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਪ੍ਰਕਾਰ ਆਤਮ ਰੱਖਿਆ ਅਤੇ ਅਕਾਲੀਆਂ ਦੇ ਧਾਵੇ ਤੋਂ ਬਚਾਉਣ ਲਈ ਧਰਮ ਸਥਾਨ ਦੀ ਕਿਲ੍ਹਾਬੰਦੀ ਦੇ ਬਹਾਨੇ ਮਹੰਤ ਨਾਰਾਇਣ ਦਾਸ ਨੇ 400 ਦੇ ਕਰੀਬ ਪਹਾੜੇ ਦੇ ਟੱਟੂ ਗੁੰਡੇ ਜਿਹਨੂੰ ਕਹਿੰਦੇ ਹਨ ਉਹ ਇਕੱਠੇ ਕਰ ਲਏ, ਜਿਨ੍ਹਾਂ ਵਿੱਚ ਰਾਂਝਾ ਅਤੇ ਰਾਹਾਣਾ ਵਰਗੇ ਇਲਾਕੇ ਦੇ ਨਾਮੀ ਬਦਮਾਸ਼ ਵੀ ਸ਼ਾਮਲ ਸਨ। ਅੰਤ ਇਹਨਾਂ ਨੂੰ ਤਲਵਾਰਾਂ, ਲਾਠੀਆਂ, ਛਵੀਆਂ, ਟਕੂਏ, ਬੰਦੂਕਾਂ ਆਦਿ ਹਥਿਆਰ ਨਾਲ ਲੈਸ ਕਰਕੇ ਦਿੱਤਾ ਗਿਆ। ਹਥਿਆਰਾਂ ਵਿੱਚ ਗੋਲਾ ਬਰੂਦ ਅਤੇ ਮਿੱਟੀ ਦਾ ਤੇਲ ਬਹੁਤ ਸਾਰਾ ਸੀ। ਬੰਦੂਕਾਂ ਸਨ, ਇਹ ਵੀ ਇਕੱਠਾ ਕਰ ਲਿਆ ਗਿਆ। ਮਹੰਤ ਦੇ ਇੱਕ ਨੌਕਰ ਦੇ ਕਹਿਣ ਅਨੁਸਾਰ ਲਾਹੌਰ ਦੇ ਇੱਕ ਵਪਾਰੀ ਕੋਲੋਂ ਪਿਸਤੌਲ ਦੀਆਂ ਗੋਲੀਆਂ ਵੀ ਵੱਡੀ ਗਿਣਤੀ ਵਿੱਚ ਖਰੀਦ ਲਈਆਂ ਗਈਆਂ। ਇਸਮਾਇਲ ਭੱਟੀ ਦੀ ਅਗਵਾਈ ਹੇਠ 100 ਪਠਾਣਾਂ ਦਾ ਇੱਕ ਹੋਰ ਗਰੋਹ ਵੀ ਇਸ
ਇੱਕ ਪਲ ਦੇ ਨੋਟਿਸ ਉੱਤੇ ਹਮਲਾ ਕਰਨ ਲਈ ਤਿਆਰ ਬਰ ਤਿਆਰ ਰੱਖਿਆ ਗਿਆ ਸੀ। ਜਾਪਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਫੈਸਲੇ ਅਤੇ ਮਾਰਚ ਦੇ ਸ਼ੁਰੂ ਵਿੱਚ ਅਕਾਲੀਆਂ ਦੇ ਭਾਰੀ ਦੀਵਾਨ ਦੀ ਸੰਭਾਵਨਾ ਤੋਂ ਮਹੰਤ ਡਰ ਗਿਆ ਸੀ। ਉੱਧਰ ਉਸਨੇ ਇਹ ਅਫਵਾਹਾਂ ਵੀ ਸੁਣ ਲਈਆਂ ਹੋਣਗੀਆਂ ਕਿ ਜੇਕਰ ਮਹੰਤ ਨੇ ਆਪਣੇ ਤੌਰ ਤਰੀਕੇ ਨਾ ਬਦਲੇ ਤਾਂ ਜਥੇਦਾਰ ਕਰਤਾਰ ਸਿੰਘ ਝੱਬਰ ਗੁਰਦੁਆਰੇ ਉੱਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਯੋਜਨਾ ਬਣਾਈ ਬੈਠਾ ਹੈ। ਫਲਸਰੂਪ ਉਹ ਸਮਝੌਤੇ ਲਈ ਕੁਝ ਰਾਜੀ ਹੋ ਗਿਆ ਅਤੇ ਕਰਤਾਰ ਸਿੰਘ ਝੱਬਰ ਨਾਲ ਇੱਕ ਬੈਠਕ ਵਿੱਚ ਕੁਝ ਸ਼ਰਤਾਂ ਉੱਤੇ ਇਸ ਪ੍ਰਬੰਧਕ ਕਮੇਟੀ ਨਾਲ ਕਰਨ ਨਾਲ ਲਈ ਮੰਨ ਗਿਆ। ਜਾਪਦਾ ਹੈ ਮਹੰਤ ਦੀਆਂ ਕਾਤਲਾਨਾ ਯੋਜਨਾਵਾਂ ਦਾ ਅਕਾਲੀ ਆਗੂਆਂ ਨੂੰ ਪਤਾ ਲੱਗ ਗਿਆ ਸੀ, ਜਿਨ੍ਹਾਂ ਨੇ ਜਥਿਆਂ ਨੂੰ 4 ਮਾਰਚ 1921 ਨੂੰ ਵਿਉਂਤ ਤੇ ਆਮ ਇਕੱਠ ਤੇ ਪਹਿਲਾਂ ਨਨਕਾਣਾ ਜਾਣ ਅਤੇ ਫਿਰ ਮਹੰਤ ਦੀ ਕੁੜਿੱਕੀ ਵਿੱਚ ਫਸ ਜਾਣ ਤੋਂ ਰੋਕਣ ਲਈ ਸਿਰ ਤੋੜ ਯਤਨ ਕੀਤੇ। ਇਸ ਮਨੋਰਥ ਲਈ ਹੀ ਸਰਦਾਰ ਹਰਚੰਦ ਸਿੰਘ, ਸਰਦਾਰ ਤੇਜਾ ਸਿੰਘ ਸਮੁੰਦਰੀ ਤੇ ਮਾਸਟਰ ਤਾਰਾ ਸਿੰਘ ਨਨਕਾਣੇ ਲਈ ਤੁਰ ਪਏ ਤਾਂ ਜੋ ਜਥਿਆਂ ਨੂੰ ਗੁਰਦੁਆਰਾ ਜਨਮ ਅਸਥਾਨ ਵੱਲ ਜਾਣ ਤੋਂ ਰੋਕ ਸਕਣ। ਇਹ ਆਗੂ 19 ਫਰਵਰੀ 1921 ਨੂੰ ਨਨਕਾਣੇ ਪਹੁੰਚੇ। ਸਰਦਾਰ ਸਰਦੂਲ ਸਿੰਘ, ਕਵੀਸ਼ਰ ਮਾਸਟਰ ਸੁੰਦਰ ਸਿੰਘ, ਜਸਵੰਤ ਸਿੰਘ ਝਬਾਲ ਅਤੇ ਸਰਦਾਰ ਦਲੀਪ ਸਿੰਘ ਵੀ ਉਹਨਾਂ ਨਾਲ ਆ ਮਿਲੇ। ਇੱਥੇ ਇਹਨਾਂ ਸਾਰਿਆਂ ਨੇ ਜਥਿਆਂ ਨੂੰ ਮਿੱਥੀ ਤਰੀਕ ਤੋਂ ਪਹਿਲਾਂ ਨਨਕਾਣੇ ਨਾ ਭੇਜਣ ਬਾਰੇ ਅਕਾਲੀ ਆਗੂਆਂ ਦੇ ਪਹਿਲੇ ਫੈਸਲੇ ਨੂੰ ਲਾਗੂ ਕਰਨ ਦਾ ਨਿਰਣਾ ਲਿਆ। ਦਲੀਪ ਸਿੰਘ ਤੇ ਜਸਵੰਤ ਸਿੰਘ ਨੂੰ ਖਰਾ ਸੱਦਾ ਭੇਜਿਆ ਗਿਆ ਕਿ ਉਹ ਜਥੇਦਾਰ ਕਰਤਾਰ ਸਿੰਘ ਝੱਬਰ ਨੂੰ ਮਿਲਣ ਅਤੇ ਨਨਕਾਣੇ 'ਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਉਹਨਾਂ ਦੀ ਯੋਜਨਾ ਨੂੰ ਤਿਆਗ ਦੇਣ ਵਾਸਤੇ ਉਹਨਾਂ ਨੂੰ ਪ੍ਰੇਰਣ। ਜਥੇਦਾਰ ਝੱਬਰ ਨੂੰ ਸੂਚਨਾ ਦੇਣ ਮਗਰੋਂ ਦਲੀਪ ਸਿੰਘ ਭਾਈ ਲਛਮਣ ਸਿੰਘ ਨੂੰ ਇਹ ਸੂਚਨਾ ਦੇਣ ਲਈ ਸੁੰਦਰਕੋਟ ਲਈ ਰਵਾਨਾ ਹੋਇਆ ਕਿ ਉਹ ਯੋਜਨਾ ਅਨੁਸਾਰ ਨਨਕਾਣੇ ਲਈ ਰਵਾਨਾ ਨਾ ਹੋਵੇ। ਇਹ ਪਤਾ ਲੱਗਣ 'ਤੇ ਕਿ ਭਾਈ ਲਛਮਣ ਸਿੰਘ ਤੇ ਉਸਦਾ ਜਥਾ ਪਹਿਲਾਂ ਹੀ ਉੱਥੇ ਜਾ ਚੁੱਕੇ ਹਨ, ਦਲੀਪ ਸਿੰਘ ਭਾਈ ਉੱਤਮ ਸਿੰਘ ਦੀ ਫੈਕਟਰੀ ਵੱਲ ਤੁਰ ਪਿਆ, ਜਿਹੜੀ ਨਨਕਾਣੇ ਸਾਹਿਬ ਤੋਂ ਕਰੀਬਨ 1 ਮੀਲ ਹਟਵੀਂ ਸੀ। ਭਾਈ ਲਛਮਣ ਸਿੰਘ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ 19 ਫਰਵਰੀ 1921 ਦੀ ਡੂੰਘੀ ਸ਼ਾਮ ਨਨਕਾਣੇ ਲਈ ਰਵਾਨਾ ਹੋਇਆ। ਰਸਤੇ ਵਿੱਚ ਹੋਰ ਲੋਕ ਉਹਦੇ ਜਥੇ ਵੀ ਸ਼ਾਮਲ ਹੁੰਦੇ ਗਏ। 20 ਫਰਵਰੀ ਦੀ ਸਵੇਰ ਨੂੰ ਇਹ ਜਥਾ ਗੁਰਦੁਆਰਾ ਜਨਮ ਸਥਾਨ ਤੋਂ ਅੱਧਾ ਮੀਲ ਦੂਰ ਇੱਕ ਥਾਂ 'ਤੇ ਪਹੁੰਚਿਆ। ਇੱਥੇ ਉਹਨਾਂ ਨੂੰ ਭਾਈ ਦਲੀਪ ਸਿੰਘ ਦਾ ਇੱਕ ਹਰਕਾਰਾ ਮਿਲਿਆ ਅਤੇ ਉਸ ਨੂੰ ਜਨਮ ਸਥਾਨ ਵੱਲ ਅੱਗੇ ਨਾ ਜਾਣ ਬਾਰੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਹਦਾਇਤਾਂ ਵੱਲ ਸੁਨੇਹਾ ਦਿੱਤਾ। ਭਾਈ ਲਛਮਣ ਸਿੰਘ ਜੀ ਸਹਿਮਤ ਹੋ ਗਿਆ, ਪਰ ਉਸਦੇ ਜਥੇ ਦੇ ਦੂਜੇ ਲੋਕਾਂ ਨੇ ਉਸ ਨੂੰ ਪ੍ਰੇਰ ਲਿਆ ਕਿ ਜੇਕਰ ਉਹ ਗੁਰਦੁਆਰੇ ਜਾ ਕੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨ ਮਗਰੋਂ ਅਮਨ ਅਮਾਨ ਨਾਲ ਵਾਪਸ ਆ ਜਾਣ ਤਾਂ ਇਸ ਵਿੱਚ ਕੋਈ ਨੁਕਸਾਨ ਨਹੀਂ। ਇਸ ਪ੍ਰਕਾਰ ਆਪਣੇ ਸਾਥੀਆਂ ਵੱਲੋਂ ਨਨਕਾਣਾ ਸਾਹਿਬ ਜਾਣ ਲਈ ਸੋਧੀ ਅਰਦਾਸ ਨਾਲ ਪ੍ਰੇਰਿਆ ਹੋਇਆ ਭਾਈ ਲਛਮਣ ਸਿੰਘ ਜਨਮ ਸਥਾਨ ਵੱਲ ਤੁਰ ਪਿਆ ਅਤੇ ਤੜਕੇ 6 ਵਜੇ ਦੇ ਕਰੀਬ ਆਪਣਾ ਜਥਾ ਲੈ ਕੇ ਉੱਥੇ ਪਹੁੰਚ ਗਿਆ। ਇਹ ਸਿੱਧਕੀ ਸਿੱਖ ਆਪਣੇ ਵੱਲੋਂ ਸੋਧੀ ਅਰਦਾਸ ਅਤੇ ਵਚਨ 'ਤੇ ਪੂਰੇ ਉਤਰਨ ਲਈ ਮਹੰਤ ਨਾਰਾਇਣ ਦਾਸ ਦੇ ਚਲਾਕੀ ਨਾਲ ਵਿਛਾਏ ਜਾਲ ਵਿੱਚ ਫਸ ਗਏ। ਭਾਈ ਲਛਮਣ ਸਿੰਘ ਤੇ ਜਥੇ ਅਤੇ ਦੂਜੇ ਜਥਿਆਂ ਦੇ ਸਭ ਬੰਦਿਆਂ ਨੇ ਉਹਨਾਂ ਦੀ ਹਮਾਇਤੀਆਂ ਨੂੰ ਮਾਰ ਦੇਣ ਅਤੇ ਜ਼ਖਮੀ ਕਰਨ ਪਿੱਛੋਂ ਮਹੰਤ ਦੇ ਉਹਨਾਂ ਬੰਦਿਆਂ ਨੇ ਮੁਰਦਿਆਂ ਦੇ ਫੱਟੜਾਂ ਨੂੰ ਇੱਕ ਥਾਂ ਜਮ੍ਹਾਂ ਕੀਤਾ, ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ। ਅੱਖੀਂ ਵੇਖਣ ਵਾਲਿਆਂ ਅਨੁਸਾਰ ਸੜੇ ਹੋਏ ਇਹਨਾਂ ਢੇਰਾਂ ਵਿੱਚ ਹੱਥ, ਪੈਰ, ਲੱਤਾਂ, ਖੋਪੜੀਆਂ ਅਤੇ ਸਰੀਰ ਦੇ ਹੋਰ ਅੰਗਾਂ ਦੇ ਨਿੱਕੇ ਨਿੱਕੇ ਟੁਕੜੇ ਵੇਖੇ ਜਾ ਸਕਦੇ ਸਨ ਅਤੇ ਖਾਸ ਕਰਕੇ ਸਾਰਾ ਅਹਾਤਾ ਲਹੂ ਨਾਲ ਭਰਿਆ ਹੋਇਆ ਸੀ। ਸਾਰਾ ਗੁਰਦੁਆਰਾ ਸਾਹਿਬ ਲਹੂ ਲੁਹਾਨ ਹੋਇਆ ਸੀ। ਸਰਕਾਰੀ ਵਕੀਲ ਵੀ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਮਹੰਤ ਨੇ ਲਾਸ਼ਾਂ ਨੂੰ ਸਾੜ ਕੇ ਮਰਨ ਵਾਲਿਆਂ ਦਾ ਨਾਮ ਨਿਸ਼ਾਨ ਮਿਟਾ ਦੇਣ ਦੀ ਕੋਸ਼ਿਸ਼ ਕੀਤੀ ਸੀ। ਹਿੰਦੁਸਤਾਨ ਦੇ ਵਾਇਸ ਰਾਏ ਲਾਰਡ ਰੀਡਿੰਗ ਨੇ ਹਿੰਦੁਸਤਾਨ ਦੇ ਵਿਦੇਸ਼ੀ ਵਿਭਾਗ ਦੇ ਮੁਖੀ ਨੂੰ ਆਪਣੀ ਰਿਪੋਰਟ ਵਿੱਚ ਸਾਰੀਆਂ ਲਾਸ਼ਾਂ ਨੂੰ ਮਹੰਤ ਗੁਰਦੁਆਰਾ ਦੁਆਰਾ ਸਾੜ ਦੇਣ ਦੀ ਕੋਸ਼ਿਸ਼ ਦਾ ਜ਼ਿਕਰ ਕੀਤਾ ਹੋਇਆ ਹੈ। ਇਸ ਸਾਕੇ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਿੱਖ ਬੁਰੀ ਤਰ੍ਹਾਂ ਪਰੇਸ਼ਾਨ ਹੋਏ। ਉਹਨਾਂ ਨੇ ਪੂਰੇ ਜੋਸ਼ੋ ਖਰੋਸ਼ ਨਾਲ ਮਹੰਤ ਦੀ ਕਾਰਵਾਈ ਦੀ ਨਿਖੇਧੀ ਕੀਤੀ। ਅਕਾਲੀ ਸ਼ਹੀਦਾਂ ਲਈ ਹਮਦਰਦੀ ਦੇ ਸੁਨੇਹੇ ਭੇਜੇ, ਥਾਂ ਦੇ ਮਤੇ ਪਾਸ ਕੀਤੇ ਗਏ ਅਤੇ ਮਹੰਤ ਤੇ ਉਹਦੇ ਸਾਥੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਗਈ। ਸਥਾਨਕ ਅਖਬਾਰਾਂ ਨੇ ਇੱਕ ਆਵਾਜ਼ ਹੋ ਕੇ ਮਹੰਤ ਉੱਤੇ ਧਾਵਾ ਬੋਲਿਆ। ਜਿਹੜੇ ਅਖਬਾਰ ਅਕਾਲੀਆਂ ਦੇ ਖਿਲਾਫ ਵੀ ਸਨ, ਉਹਨਾਂ ਨੇ ਵੀ ਨਨਕਾਣੇ ਮਹੰਤ ਦੀ ਜ਼ਾਲਮਾਨਾ ਅਤੇ ਵਹਿਸ਼ੀਆਨਾ ਕਰਤੂਤ ਦੀ ਨਿੰਦਾ ਕੀਤੀ ਅਤੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ। ਮਹਾਤਮਾ ਗਾਂਧੀ, ਮੌਲਾਨਾ ਸ਼ੌਕਤ ਅਲੀ, ਡਾਕਟਰ ਕਿਚਲੂ, ਡਾਕਟਰ ਦੁਨੀਚੰਦ, ਲਾਲਾ ਦੁਨੀਚੰਦ ਅਤੇ ਲਾਲਾ ਲਾਜਪਤ ਰਾਏ ਵਰਗੇ ਰਾਸ਼ਟਰੀ ਨੇਤਾ ਸਾਕੇ ਵਾਲੀ ਥਾਂ ਉੱਤੇ ਪਹੁੰਚੇ ਅਤੇ ਅਕਾਲੀਆਂ ਨਾਲ ਹਮਦਰਦੀ ਪ੍ਰਗਟਾਈ। ਉੱਘੇ ਸਿੱਖ ਆਗੂ, ਪੰਜਾਬ ਵਿਧਾਨ ਪਰਿਸ਼ਦ ਦੇ ਮੈਂਬਰ, ਸਿੱਖ ਲੀਗ, ਚੀਫ ਖਾਲਸਾ ਦੀਵਾਨ ਅਤੇ ਦੂਜੀਆਂ ਸਿੱਖ ਜਥੇਬੰਦੀਆਂ ਦੇ ਮੈਂਬਰ ਵੀ ਉੱਥੇ ਪਹੁੰਚੇ। 3 ਮਾਰਚ 1921 ਨੂੰ ਨਨਕਾਣੇ ਵਿੱਚ ਇੱਕ ਬਹੁਤ ਵੱਡਾ ਸ਼ਹੀਦੀ ਦੀਵਾਨ ਹੋਇਆ, ਜਿਸ ਵਿੱਚ ਜਥੇਦਾਰ ਕਰਤਾਰ ਸਿੰਘ ਝੱਬਰ ਨੇ, ਜਿਸ ਨੇ ਡਿਪਟੀ ਕਮਿਸ਼ਨਰ ਤੋਂ ਜਨਮ ਸਥਾਨ ਦੀਆਂ ਚਾਬੀਆਂ ਪ੍ਰਾਪਤ ਕਰਨ ਵਿੱਚ ਉੱਘਾ ਰੋਲ ਅਦਾ ਕੀਤਾ ਸੀ, ਸੰਖੇਪ ਵਿੱਚ ਸਾਰੀ ਘਟਨਾ ਬਿਆਨ ਕੀਤੀ ਅਤੇ ਆਖਿਆ ਕਿ ਇਸ ਘਟਨਾ ਨੇ ਸਿੱਖਾਂ ਨੂੰ ਉਹਨਾਂ ਦੀ ਨੀਂਦ 'ਚੋਂ ਜਗਾ ਦਿੱਤਾ ਹੈ
ਅਤੇ ਸਵਰਾਜ ਵੱਲ ਕੂਚ ਵਿੱਚ ਤੇਜ਼ੀ ਆ ਗਈ ਹੈ। ਮੌਲਾਨਾ ਸ਼ੌਕਤ ਅਲੀ ਨੇ ਮਾਰਸ਼ਲ ਲਾਅ ਦੇ ਦਿਨਾਂ ਅਤੇ ਸਰਕਾਰ ਵੱਲੋਂ ਫੈਲਾਈ ਦਹਿਸ਼ਤ ਦਾ ਜ਼ਿਕਰ ਕਰਨ ਮਗਰੋਂ ਆਖਿਆ, ਅਜਿਹੀ ਸਰਕਾਰ ਤੋਂ ਇਨਸਾਫ ਦੀ ਕੀ ਆਸ ਰੱਖਣਾ ਇੱਕ ਫਜ਼ੂਲ ਹੈ। ਅਜਿਹੀ ਸਰਕਾਰ ਤੋਂ ਇਨਸਾਫ ਦੀ ਆਸ ਰੱਖਣਾ ਕਿੰਨਾ ਫਜ਼ੂਲ ਹੈ। ਆਪਣੇ ਭਾਸ਼ਣ ਵਿੱਚ ਉਸਨੇ ਸਰਕਾਰ ਨੂੰ ਇਸ ਸ਼ਰਤ ਲਈ ਜ਼ਿੰਮੇਵਾਰ ਠਹਿਰਾਇਆ ਅਤੇ ਇਸ ਜੁਰਮ ਵਿੱਚ ਮਹੰਤਾਂ ਦੀ ਮਦਦ ਕਰਨ ਵਾਸਤੇ ਪਠਾਣਾਂ ਨੂੰ ਵੀ ਫਿਟਕਾਰਿਆ। ਅਕਾਲੀ ਸਿੱਖਾਂ ਨਾਲ ਆਪਣੀ ਹਮਦਰਦੀ ਜ਼ਾਹਿਰ ਕਰਨ ਮਹਾਤਮਾ ਗਾਂਧੀ 3 ਮਾਰਚ ਨੂੰ ਨਨਕਾਣੇ ਪਹੁੰਚੇ। ਉਸ ਦਿਨ ਸ਼ਹੀਦੀ ਦੀਵਾਨ ਵਿੱਚ ਮਹਾਤਮਾ ਨੇ ਹਿੰਦੁਸਤਾਨੀ ਵਿੱਚ ਸੰਖੇਪ ਭਾਸ਼ਣ ਦਿੱਤਾ, ਜਿਸ ਵਿੱਚ ਉਹਨਾਂ ਨੇ ਆਖਿਆ ਕਿ ਨਨਕਾਣੇ ਦੀ ਖਬਰ ਇਤਨੀ ਚਕਰਾ ਦੇਣ ਵਾਲੀ ਸੀ ਕਿ ਉਹ ਪੁਸ਼ਟੀ ਕੀਤੇ ਬਗੈਰ ਇਸ 'ਤੇ ਵਿਸ਼ਵਾਸ ਨਹੀਂ ਸੀ ਕਰ ਸਕਦੇ। ਮਹੰਤ ਦੀ ਜ਼ਾਲਮਾਨਾ ਹਰਕਤ ਦੀ ਨਿਖੇਧੀ ਕਰਦਿਆਂ ਅਤੇ ਸ਼ਾਂਤਮਈ ਰਹਿ ਕੇ ਤਸ਼ੱਦਦ ਸਹਿਣ ਲਈ ਅਕਾਲੀਆਂ ਦੀ ਪ੍ਰਸ਼ੰਸਾ ਕਰਦਿਆਂ ਉਹਨਾਂ ਨੇ ਅਕਾਲੀ ਸੁਧਾਰਕਾਂ ਦੀ ਸ਼ਹਾਦਤ ਨੂੰ ਰਾਸ਼ਟਰੀ ਬਹਾਦਰੀ ਦਾ ਅਮਲ ਆਖਿਆ। ਮਹਾਤਮਾ ਗਾਂਧੀ ਨੇ ਵਿਦੇਸ਼ੀ ਹਕੂਮਤ ਦੀ ਨਿੰਦਾ ਕਰਦਿਆਂ ਆਖਿਆ, ਜੋ ਕੁਝ ਵੀ ਮੈਂ ਸੁਣਿਆ ਅਤੇ ਵੇਖਿਆ ਹੈ ਉਹ ਡਾਇਰਵਾਦ ਦਾ ਹੀ ਦੂਜਾ ਰੂਪ ਹੈ। ਜਲਿਆਂਵਾਲੇ ਦੇ ਡਾਇਰਵਾਦ ਨਾਲੋਂ ਵਧੇਰੇ ਜ਼ਾਹਰਾਨਾ, ਵਧੇਰੇ ਗਿਣਿਆ ਮਿਥਿਆ ਅਤੇ ਵਧੇਰੇ ਕਰੂਰ ਹੈ। ਨਨਕਾਣੇ ਦੀ ਤਰਾਸਦੀ, ਸਥਾਨਕ ਅਧਿਕਾਰੀਆਂ ਦੀ ਬੇਹਰਕਤੀ ਅਤੇ ਸਥਾਨਕ ਪ੍ਰਸ਼ਾਸਨ ਦੀ ਪਰੋਖ ਜ਼ਿੰਮੇਵਾਰੀ ਨੇ ਦਿੱਲੀ ਅਤੇ ਲੰਡਨ ਵਿੱਚ ਉਤਲੇ ਹਾਕਮਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਘੱਟ ਗਿਣਤੀ ਭਾਈਚਾਰੇ ਦੇ ਧਾਰਮਿਕ ਮਸਲਿਆਂ ਵਿੱਚ ਦਖਲ ਨਾ ਦੇਣ ਹੀ ਦੀ ਪਹਿਲੀ ਨੀਤੀ ਨੂੰ ਬਦਲਣ ਦੀ ਫੌਰੀ ਲੋੜ ਹੈ। ਭਾਰਤ ਸਰਕਾਰ ਦੀ ਇਸ ਨੁਕਤਾਚੀਨੀ ਕਿ ਮੁਸ਼ਕਲ ਵਧੇਰੇ ਕਰਕੇ ਪੰਜਾਬ ਸਰਕਾਰ ਦੀ ਅਕਾਲੀ ਲਹਿਰ ਨਾਲ ਸ਼ੁਰੂ ਤੋਂ ਹੀ ਦ੍ਰਿੜਤਾ ਦੇ ਇਕਸਾਰਤਾ ਨਾਲ ਨਜਿੱਠਣ ਵਿੱਚ ਨਾਕਾਮੀ ਸੀ, ਨੇ ਪੰਜਾਬ ਦੇ ਅਧਿਕਾਰੀਆਂ ਨੂੰ ਅਤਿਅੰਤ ਲੋੜੀਂਦਾ ਹਥਿਆਰ ਮੁਹੱਈਆ ਕਰਾ ਦਿੱਤਾ ਸੀ। ਮੁਨਾਸਿਬ ਵਿਧਾਇਕ ਕਦਮਾਂ ਦੇ ਇਕਰਾਰ ਨਾਲ ਵੱਧ ਰਹੇ ਅਕਾਲੀ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਅਮਨ ਕਾਨੂੰਨ ਕਾਇਮ ਰੱਖਣ ਬਹਾਨੇ ਅਕਾਲੀ ਆਗੂਆਂ ਵਿੱਚੋਂ ਜੁਝਾਰੂ ਅਨਸਰਾਂ ਨੂੰ ਦਬਾਉਣ ਦੀ ਨਵੀਂ ਨੀਤੀ ਚਾਲੂ ਕੀਤੀ ਜਾਵੇ। ਇਹ ਨਵੀਂ ਨੀਤੀ ਲਾਗੂ ਕਰਨ ਦਾ ਸਿੱਟਾ ਹੀ ਸੀ ਕਿ ਇੱਕ ਪਾਸੇ ਨੌਕਰਸ਼ਾਹੀ, ਜਿਸ ਨੂੰ ਮਹੰਤਾਂ, ਪੁਜਾਰੀਆਂ ਅਤੇ ਦੂਜੇ ਸਵਾਰਥੀ ਹਿੱਤਾਂ ਦੀ ਹਮਾਇਤ ਪ੍ਰਾਪਤ ਸੀ, ਅਤੇ ਦੂਜੇ ਪਾਸੇ ਸਿੱਖ ਜਨਤਾ ਅਤੇ ਅਕਾਲੀ ਆਗੂਆਂ, ਜਿਨ੍ਹਾਂ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਦੇਸ਼ ਦੀਆਂ ਦੂਜੀਆਂ ਰਾਸ਼ਟਰੀ ਸ਼ਕਤੀਆਂ ਦਾ ਸਮਰਥਨ ਸੀ, ਵਿਚਕਾਰ ਸਿੱਧੀ ਹੋ ਗਈ, ਜਿਸ ਦੇ ਨਤੀਜੇ ਵਜੋਂ ਅਕਾਲੀ ਅੰਦੋਲਨ ਭਾਰਤ ਦੀ ਆਜ਼ਾਦੀ ਦਾ ਹਿੱਸਾ ਬਣ ਗਿਆ ਅਤੇ ਬਰਤਾਨਵੀ ਸਾਮਰਾਜ ਵਿਰੁੱਧ ਜੰਗੀ ਸੰਘਰਸ਼ ਸ਼ੁਰੂ ਹੋ ਗਿਆ। ਸਰਕਾਰ ਤੋਂ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਵਾਪਸ ਲੈਣਾ, ਗੁਰੂ ਕੇ ਬਾਗ ਵਿੱਚ ਸ਼ਾਂਤਮਈ ਸੱਤਿਆਗ੍ਰਹਿ ਦੇ ਜੋਤ ਅਤੇ ਜੈਤੋਂ ਦਾ ਮੋਰਚਾ ਇਸ ਸ਼ਾਂਤਮਈ ਲਹਿਰ ਦੇ ਅਜਿਹੇ ਪਹਿਲੂ ਸਨ ਜਿਨ੍ਹਾਂ ਦੇ ਮੁਕਾਬਲੇ ਮਹਾਤਮਾ ਗਾਂਧੀ ਨਾਮ ਮਿਲਵਰਤਨ ਲਹਿਰ ਇੱਕ ਕਮਜ਼ੋਰ ਜਿਹੀ ਨਕਲ ਬਣ ਗਈ। ਭਾਵੇਂ ਮਹਾਤਮਾ ਗਾਂਧੀ ਨੇ ਚੋਰੀ ਦੀਆਂ ਅਹਿੰਸਕ ਘਟਨਾਵਾਂ ਕਰਕੇ ਆਪਣਾ ਅੰਦੋਲਨ ਵਿੱਚ ਹੀ ਛੱਡ ਦਿੱਤਾ, ਪਰ ਅਕਾਲੀ ਮਰਜੀਵੜਿਆਂ ਨੇ ਸ਼ਾਂਤਮਈ ਅੰਦੋਲਨ ਉਦੋਂ ਤੱਕ ਜਾਰੀ ਰੱਖਿਆ ਜਦ ਤੱਕ ਉਹਨਾਂ ਦੇ ਸਾਥੀ ਬਿਨਾਂ ਸ਼ਰਤ ਜੇਲ੍ਹਾਂ ਤੋਂ ਰਿਹਾ ਨਹੀਂ ਕੀਤੇ ਗਏ ਅਤੇ ਇਤਿਹਾਸਿਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਸਿੱਖਾਂ ਦੁਆਰਾ ਚੁਣਿਆ ਪ੍ਰਬੰਧਕੀ ਬੋਰਡ ਸਥਾਪਿਤ ਕਰਨ ਲਈ ਪੰਜਾਬ ਸਰਕਾਰ ਦੀ ਅਸੈਂਬਲੀ ਵਿੱਚ ਕਾਨੂੰਨ ਪਾਸ ਨਹੀਂ ਕੀਤਾ ਗਿਆ। ਚੋਣਾਂ ਤੋਂ ਬਾਅਦ ਇਸ ਬੋਰਡ ਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ, ਜਿਹੜੀ ਇਤਿਹਾਸਕ ਗੁਰਦੁਆਰਾ ਪ੍ਰਬੰਧ ਲਈ ਆਪਣੀ ਤਰ੍ਹਾਂ ਦੀ ਨਿਵੇਕਲੀ ਸੰਸਥਾ ਬਣ ਗਈ। ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਦੇ ਮਹੰਤਾਂ ਦੇ ਕਬਜ਼ੇ ਅਤੇ ਸਰਕਾਰੀ ਦਖਲ ਤੋਂ ਮੁਕਤੀ ਲਈ ਸਿੱਧਕੀ ਸਿੱਖਾਂ ਦੀ ਅਦੁੱਤੀ ਕੁਰਬਾਨੀ ਨੂੰ ਦੇਸ਼ ਵਿਦੇਸ਼ ਵਿੱਚ ਵਸਦੇ ਨਾਨਕ ਨਾਮਲੇਵਾ ਆਪਣੀ ਨਿਤਾ ਪ੍ਰਤੀ ਅਰਦਾਸ ਵਿੱਚ ਬੜੇ ਸਤਿਕਾਰ ਨਾਲ ਯਾਦ ਕਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੀ ਹਾਲਾਤ ਹਨ, ਇਹਦੇ ਬਾਰੇ ਬੜਾ ਸੋਚਣਾ ਜ਼ਰੂਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।